चलो हर लाह। आगे भसन सोहेला। औद कटहै दिन सरै नारे। मन गुर मिल काज सवारे। एहो संसार बेकार संशय में तरयो ब्रह्म ज्ञानी। जिसै जगावै पियावै एहो रस। अकथ कथा तिन जानी। जाको आए सोई बिहाजो। हर गुर ते मन बसेरा। निज कर महल पावो सुख सहजे। बहुर न होए गो फेरा। अंतरजामी पुरख विधाते। सरदा मन की पूरे। नानक दास यह सुख मांगै। मोको कर संतन की तूरे। सुखाओ टल गुर सेविय ऐनस सहज सुभाए। दर्शन परसिय गुरु कै जन्म मरण दुख जाय। होवै सिफत समधि नूर अरसों कुरसों चटिया। तुद डिठे सचे पातशाह। माल जन्म जन्म दी कटिया। तुद डिठे सचे पातशाह। माल जन्म जन्म दी कटिया। सतनाम श्री वाहिगुरु साहिब जीओ। सोरठ महला पंजवा। घर दूजा चौपदे। एक ओंकार सतगुर प्रसाद। एक पिता एक सके हम बारिक। तू मेरा गुर हाई। सुन मीता जियो हमारा बल बल जासी। हर दर्शन देहो दिखाई। सुन मीता तूरी कहो बल जाई। एहो मन तेरा भाई। एक पिता एक सके हम बारक। तू मेरा गुर हाई। वाहिगुरु जी का खालसा वाहिगुरु जी की फतेह। चवर तख्त संघासन दे मालिक। जुगो जुग अटल। गुरु ग्रंथ साहिब पातशाह महाराज साहब जियां दी पवित्र पावन हजूरी अंदर विराजमान हो रही गुरु की संगत। आप संगतां ने सतगुरां दे दरबार अंदर बैठ के सतगुरां दी इलाही अगमी बाणी दे कीर्तन दियां दातां सरवण कीतियां। इस वेले आपां लड़ीवार कथा सतगुरां दी गुरबाणी साहिब गुरु ग्रंथ साहिब जियां दा एक एक शब्द जो है वो साखियां समेत प्रमाण दे समेत सरवण करते आ रहे हाँ। महाराज की रहमतां की बख्शिशां करदे रोज़ दा रोज़ सानू ये पवित्र उपदेश मनुखा जन्म नूं सफला बनाउण दा प्राप्त हो रहा है।
ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਨਾਲ, ਸ਼ਰਧਾ ਨਾਲ ਸਤਿਗੁਰਾਂ ਦੇ ਇਹ ਜੋ ਪਵਿੱਤਰ ਬਚਨ ਹਨ ਗੁਰਬਾਣੀ ਦੇ, ਸਾਡਾ ਭਲਾ ਕਰਨ ਵਾਸਤੇ ਤਿਨਾਂ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ, ਘਰ ਦੂਜਾ ਚੌਪਦੇ। ਸੋਰਠ ਰਾਗ ਦਾ ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਸਭ ਤੋਂ ਵੱਧ ਜਿਹੜੇ ਸ਼ਬਦ ਨੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਅੰਕਿਤ ਕੀਤੇ ਨੇ। ਗੁਰੂ ਸਾਹਿਬਾਨ ਦੇ ਵਿੱਚੋਂ ਜਾਂ ਭਗਤਾਂ ਦੇ ਵਿੱਚੋਂ ਸਭ ਤੋਂ ਵੱਧ ਜੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਲਿਖੀ ਹੈ। ਸਤਿਗੁਰਾਂ ਦੇ ਪਰਥਾਏ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਦੋਇ ਥਾ ਬਾਣੀ ਕਾ ਬੋਇ ਥਾ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਸਪੁੱਤਰੀ ਨੇ ਬੀਬੀ ਭਾਨੀ ਜੀ। ਬੀਬੀ ਭਾਨੀ ਜੀਆਂ ਦੇ ਪੁੱਤਰ ਨੇ ਗੁਰੂ ਅਰਜਨ ਦੇ ਪਾਤਸ਼ਾਹ, ਦੋਤਰੇ ਲੱਗਦੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ। ਉਹਨਾਂ ਨੇ ਵਰ ਦਿੱਤਾ ਸੀ ਬਚਪਨ ਦੇ ਵਿੱਚ ਕਿ ਇਹ ਬਾਣੀ ਦਾ ਜਹਾਜ਼ ਤਿਆਰ ਕਰਨਗੇ, ਬਾਣੀ ਦੇ ਜਹਾਜ਼ ਹੋਣਗੇ। ਤਾਂ ਹੀ ਲਿਖਿਆ ਕਲਯੁਗ ਜਹਾਜ਼ ਅਰਜਨ ਗੁਰੂ। ਕਲਯੁਗ ਦੇ ਵਿੱਚ ਸੰਸਾਰ ਦੇ ਜੀਵਾਂ ਨੂੰ ਪਾਰ ਕਰਨ ਵਾਸਤੇ ਗੁਰੂ ਅਰਜਨ ਦੇ ਪਾਤਸ਼ਾਹ ਜਹਾਜ਼ ਹਨ ਜਿਹੜੇ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹਨ। ਗੁਰੂ ਅਰਜਨ ਦੇਵ ਜੀਆਂ ਦਾ ਇਹ ਪਵਿੱਤਰ ਸ਼ਬਦ ਹੈ। ਦੂਜੇ ਘਰ ਦੇ ਅੰਦਰ ਗਾਉਣ ਦਾ ਹੁਕਮ ਹੈ। ਚੌਪਦੇ ਤੋਂ ਭਾਵ ਚਾਰ ਇਸ ਦੇ ਪਦੇ ਨੇ। ਚੌਪਦੇ ਚਾਰ ਪਦਿਆਂ ਵਾਲਾ, ਚਾਰ ਪੌੜੀਆਂ ਵਾਲਾ, ਚਾਰ ਪੌੜੀਆਂ ਦੀਆਂ ਹੋਣਗੀਆਂ। ਇਹ ਸ਼ਬਦ ਐਸਾ ਮਹਾਰਾਜ ਨੇ ਬਖਸ਼ਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾਚਰਨ ਕਰਦੇ ਗੁਰੂ ਅਰਜਨ ਦੇ ਪਾਤਸ਼ਾਹ। ਗੁਰੂ ਘਰ ਦੀ ਇਹ ਮਰਿਆਦਾ ਹੈ ਕਿ ਕਾਰਜ ਕਰਨ ਤੋਂ ਪਹਿਲਾਂ ਪਰਮੇਸ਼ਰ ਦਾ ਨਾਮ ਲੈਣਾ। ਜਿਵੇਂ ਆਪਾਂ ਘਰ ਦਾ ਕੋਈ ਨੀਂਹ ਪੱਥਰ ਰੱਖਦੇ ਹਾਂ, ਕੋਈ ਵਿਆਹ ਸ਼ਾਦੀ ਕਰਦੇ ਹਾਂ ਤੇ ਅਰਦਾਸ ਹੁੰਦੀ ਹੈ ਮਹਾਰਾਜ ਦੇ ਚਰਨਾਂ ਵਿੱਚ ਵੀ, ਇਹ ਭੇਦਾਤ ਤੇਰੀ ਦਾਤਾਰ, ਇਹ ਆਪ ਜੀ ਨੇ ਦਾਤ ਬਖਸ਼ੀ ਹੈ, ਸ਼ੁਕਰਾਨਾ ਕਰਦੇ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਮੰਗਲਾਚਰਨ ਲਿਖਦੇ ਇੱਕ ਓੰਕਾਰ। ਓੰਕਾਰ ਨਾਮ ਪਰਮਾਤਮਾ ਦਾ, ਪਰਮਾਤਮਾ ਇੱਕ ਹੈ। ਸਤਿਗੁਰ ਪ੍ਰਸਾਦ, ਗੁਰੂ ਪ੍ਰਸਾਦ, ਗੁਰੂ ਕਿਰਪਾ ਨਾਲ, ਗੁਰੂ ਰਹਿਮਤ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਇਹ ਸ਼ਬਦ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀਆਂ ਨੇ ਉਸ ਵੇਲੇ ਅੰਕਿਤ ਕੀਤਾ ਹੈ। ਇਹਦੇ ਵਿੱਚ ਸਤਿਗੁਰਾਂ ਦੇ ਵੱਡੇ ਭਾਈ, ਵੱਡੇ ਭਰਾ ਬਾਬਾ ਮਹਾਦੇਵ ਉਹਨਾਂ ਦਾ ਨਾਮ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਆਪਸ ਵਿੱਚ ਸੰਵਾਦ ਹੈ। ਸੰਵਾਦ ਤੋਂ ਭਾਵ ਵੀ ਆਪਸ ਵਿੱਚ ਉਹਨਾਂ ਦੀ ਗੱਲਬਾਤ ਜੋ ਹੋਈ ਉਹਨੂੰ ਲਿਖਿਆ ਮਹਾਰਾਜ ਜੀਆਂ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੀ ਸਾਡੇ ਵੱਡੇ ਭਰਾ ਨੇ ਸਾਨੂੰ ਕੀ ਬਚਨ ਕੀਤਾ ਸੀ, ਫਿਰ ਉਹਦਾ ਇਹ ਬਚਨ ਸੁਣ ਕੇ ਅੱਗੋਂ ਅਸੀਂ ਜਵਾਬ ਕੀ ਦਿੱਤਾ ਹੈ, ਇਹ ਇੱਥੇ ਮਹਾਰਾਜ ਨੇ ਇਸ ਸ਼ਬਦ ਵਿੱਚ ਲਿਖਿਆ। ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਤਿੰਨ ਪੁੱਤਰ ਸਨ। ਵੱਡੇ ਨੇ ਬਾਬਾ ਪ੍ਰਿਥੀ ਚੰਦ, ਛੋਟੇ ਨੇ ਬਾਬਾ ਮਹਾਦੇਵ ਜੀ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਪਾਤਸ਼ਾਹ। ਗੁਰਤਾ ਗੱਦੀ ਦੀ ਦਾਤ ਉਹਨੂੰ ਮਿਲਦੀ ਹੈ ਜਿਹੜਾ ਅਧਿਕਾਰੀ ਹੋਵੇ, ਜਿਹੜਾ ਬਚਨ ਮੰਨਣ ਵਾਲਾ ਹੋਵੇ। ਗੁਰਤਾ ਗੱਦੀ ਦਾ ਅਧਿਕਾਰ ਕੇਵਲ ਇਹ ਨਹੀਂ ਹੈ ਕਿ ਮੈਂ ਵੱਡਾ ਹਾਂ ਤੇ ਮੈਨੂੰ ਮਿਲੇ। ਇੱਥੇ ਵੱਡੇ ਛੋਟੇ ਦੀ ਗੱਲ ਨਹੀਂ ਹੈ, ਇੱਥੇ ਬਚਨ ਮੰਨਣ ਵਾਲੇ ਨੂੰ ਪਹਿਲ ਹੈ। ਤੇ ਸਤਿਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਪੁੱਤਰਾਂ ਵਿੱਚੋਂ ਵੱਡਾ ਪੁੱਤਰ ਜਿਹੜਾ ਪ੍ਰਿਥੀ ਚੰਦ ਹੈ ਨਾ, ਉਹਦੇ ਮਨ ਵਿੱਚ ਇਹ ਵਿਚਾਰ ਹੈ ਵੀ ਮੈਂ ਵੱਡਾ ਹਾਂ ਤੇ ਇਹ ਵੱਡੇ ਹੋਣ ਕਰਕੇ ਗੁਰਤਾ ਗੱਦੀ ਮੈਨੂੰ ਮਿਲੇਗੀ। ਪਰ ਇਤਿਹਾਸ ਨੂੰ, ਗੁਰੂ ਘਰ ਦੀ ਮਰਿਆਦਾ ਨੂੰ ਭੁੱਲ ਗਿਆ ਵੀ ਇੱਥੇ ਵੱਡਿਆਂ ਨੂੰ ਨਹੀਂ, ਸੇਵਾਦਾਰਾਂ ਨੂੰ ਦਾਤ ਮਿਲੀ ਹੈ। ਸਮਾਂ ਲੰਘਦਾ ਗਿਆ। ਇੱਕ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਨੇ ਪਰਖ ਕਰਨ ਵਾਸਤੇ ਆਪਣੇ ਪੁੱਤਰਾਂ ਨੂੰ ਬੁਲਾਇਆ। ਗੁਰੂ ਰਾਮਦਾਸ ਪਾਤਸ਼ਾਹ ਪਰਖ ਕਰਨੀ ਚਾਹੁੰਦੇ ਕਿਹੜਾ ਪੁੱਤਰ ਕਹਿਣਾ ਮੰਨਦਾ, ਕਿਹੜਾ ਨਹੀਂ ਮੰਨਦਾ। ਤੇ ਪਰਖ ਇਹ ਪਾ ਦਿੱਤੀ ਵੀ ਭਾਈ ਲਾਹੌਰ ਦੇ ਵਿੱਚ
मेरे वड्डे भरा दा विआह है। गुरु रामदास पातशाह आखदे भी साडे वड्डे भरा दा विआह है, नाम है सहारी माला। ते तिन्ना पुत्रां विचों वड्डे पुत्र नूं पहलां आखिया भी तुसीं जाके विआह दा काम करो। उन्होंने जवाब दिता, कहण लगे महाराज मैं तो विआह दा काम करवा नहीं सकदा, वेख नहीं सकदा। क्यों? क्योंकि गुरु घर में जिन्नी माया आउंदी है मेरे हथी आउंदी है। मैं उस माया का जोड़ रखदा, हिसाब रखदा भी इन्नी अज माया आई है। गुरु घर में लंगर के खर्चे ने, सिखां के खर्चे ने, वो खर्चे सारे मैं दिंदा। मैं चला गया तो काम रुक जाणगे। हुण साडे मन में भी ये गल हुंदी है ना भी जे दुनिया में मैं हाँ तो तां ही दुनिया चलती पई है। मैं ना होवां तो दुनिया ना चले, मैं ना होवां तो घर ना चले। ਪ੍ਰਿਥੀ ਚੰਦ ਦੇ मन में ये विचार है भी जे मैं चला गया तो काम रुक जाणगे। नाल ही दूजी गल ये है कि जिहड़ा हिसाब किताब मैं गुंझल घुंडी अपने कोल रखी हुई है वो सारी घुंडी किसी नूं पता ना लग जाए। मेरी शरारत का, मेरी चलाकी का, मेरी बेईमानी का पता ना किसी नूं लगे। तो तीजी गल ये है भी किते मैं महाराज तो दूर ना हो जावां, गुरता गद्दी का हक मेरे कोलों जांदा ना रवे। ये गल्लां सोच के जवाब दिता भी मैं विआह दे काम नूं नहीं कर सकदा। हुण इत्थे ये नहीं सोचिया भी मैं गुरु दे बचन मन्नण तो ना करदा पिया, भी बचन मन्नण वाला प्रवान है मैं ना कर दित्ती है। बाबा महादेव नूं पुछया, हुण छोटे दूजे नंबर वाले पुत्र की वारी है। उन्होंने भी आख्या महाराज मैं नहीं जा सकदा, मैं तो रब की भजन बंदगी में ही खुश रहिंदा हाँ, मैं ये शोर शराबे वाले कामां विच मैं नहीं जाता। तो जदों गुरु अर्जन देव महाराज जियां दी वारी आई तो उस वेले सतगुरां ने बचन मन लिया। चल पै लाहौर नूं, लाहौर विच विआह दे कारज करवाए। गुरु रामदास महाराज का बचन मन के जिहड़ी धर्मसाल बनवाई सी महाराज ने लाहौर दे विच, फिर उत्थे बैठ गए। एक दिन नहीं, 2 दिन नहीं, 1 साल गुरु अर्जन देव पातशाह अपने पिता ते माता दोनों तो दूर रह के लाहौर विच बैठे रहे। साल बाद गुरु रामदास पातशाह ने बुलाया। उन्हां दी सेवा वेख के, उन्हां दा बचन मनण दी ये सिक्ख्या वेख के, भावना वेख के गुरता गद्दी ते बिठा दिता। गुरता गद्दी ते गुरु अर्जन देव पातशाह बैठे। गुरु रामदास महाराज जी सचखंड नूं चले गए, अपना शरीर छड्ड गए। हुण भरावां विच झगड़ा पै गया, मैं गुरु हाँ, मैं गुरु हाँ। सब तो वध अधिकार ਪ੍ਰਿਥੀ ਚੰਦ जमाउंदा है। मैं वड्डा हाँ, ये दात मेरी है। कुछ संगत नूं अपने वल कर लिया, कुछ जिहड़े वजीर सन, समय के अफसर सन जिहड़े, उन्हां नूं अपने वल पैसे दे बल ते अपनी जान पछाण दे करके अपने वल सारिਆਂ नूं कर लिया। हुण जदों भरावां विच वखरेवा पै गया, विचकारले ने बाबा महादेव जी, उन्होंने चोण की ਪ੍ਰਿਥੀ चंद की। ਪ੍ਰਿਥੀ चंद वड्डा भाई है, उहदे नाल वो मिल गए। गुरु अर्जन देव पातशाह कल्ले रह गए। जदों बाबा महादेव जी कुछ महीने या साल कहिए ਪ੍ਰਿਥੀ चंद के नाल रहे, उन्होंने हिसाब किताब पता लग गया भी नहीं ਪ੍ਰਿਥੀ चंद कोल बख्शिश नहीं है, ये कोल ते केवल ईरखा है, ये तो केवल लालची है, ये गुरु पद का अधिकारी नहीं है। जो गुरु विच बख्शिश हुंदी है वो इहदे कोल नहीं है। जदों अपने वड्डे भरा की असलीयत सामने आई ना बाबा महादेव जियां दे, ते फिर वो चल के गुरु अर्जन देव पातशाह कोल आ गया। वड्डे भरा नूं छड्ड दिता भी तू ते ईरखालू है, तू ते मन में तृष्णा की अग बाली बैठा। वड्डे नूं छड्ड के छोटे भरा गुरु अर्जन देव पातशाह दे कोल बाबा महादेव आ गए। गुरु अर्जन देव पातशाह बैठे सन। फिर बाबा महादेव जियां ने मत्था टेकिया गुरु अर्जन देव महाराज जियां नूं ते मत्था टेक के फिर उस वेले बड़ी भावना दे नाल बेनती कहन लगे, बेनती करते ने। ये शब्द महाराज ने तां अंकित किया है। एक पिता एक सके हम बारक। भरा जी एक पिता, अपना एक पिता साहिब गुरु रामदास महाराज दे आपां पुत्र हाँ। भावें बाबा ਪ੍ਰਿਥੀ चंद है, भावें बाबा महादेव जी ने, भावें गुरु अर्जन देव पातशाह ने, आपां इक्के बाप इक्के पिता दे पुत्र हाँ।
ਤੇ ਨਾਲ ਹੀ ਬਚਨ ਕੀਤਾ, ਏਕ ਪਿਤਾ ਏਕ ਸਕੇ ਹਮ ਬਾਰਕ। ਹਮ ਆਪਾਂ ਤਮਾਮ ਤਿੰਨੇ ਭਰਾ ਇੱਕੇ ਬਾਪ ਦੇ ਪੁੱਤਰ ਆ। ਆਪਣਾ ਤਿੰਨਾਂ ਦਾ ਇੱਕੋ ਹੀ ਬਾਪ ਹੈ, ਇੱਕੋ ਹੀ ਪਿਤਾ ਹੈ। ਫਰਮਾਉਂਦੇ ਹਨ, ਤੂੰ ਮੇਰਾ ਗੁਰਹਾਈ। ਗੁਰਹਾਈ ਤੋਂ ਭਾਵ ਹੁੰਦਾ ਗੁਰ ਭਾਈ। ਤੁਸੀਂ ਮੇਰੇ ਗੁਰ ਭਾਈ ਵੀ ਹੋ। ਆਪਣਾ ਗੁਰੂ ਵੀ ਇੱਕੋ ਹੀ ਹੈ। ਉਪਦੇਸ਼ ਦੇਣ ਵਾਲੇ ਨੇ ਗੁਰੂ ਰਾਮਦਾਸ ਪਾਤਸ਼ਾਹ। ਉਪਦੇਸ਼ ਦੇਣ ਵਾਲਾ ਗੁਰੂ ਇੱਕੋ ਹੋਣ ਕਰਕੇ ਆਪਾਂ ਗੁਰ ਭਾਈ ਵੀ ਹਾਂ। ਤੇ ਦੂਜੀ ਗੱਲ ਇਹ ਹੈ ਵੀ ਆਪਾਂ ਭਰਾ ਵੀ ਹਾਂ। ਆਪਣਾ ਪਿਤਾ ਵੀ ਇੱਕੋ ਹੀ ਹੈ। ਬਖਸ਼ਿਸ਼ ਆਪਾਂ ਨੂੰ ਬਰਾਬਰ ਮਿਲੀ ਹੈ। ਪਿਤਾ ਦਾ ਪਿਆਰ ਵੀ ਬਰਾਬਰ ਹੈ। ਗੁਰੂ ਹੋਣ ਕਰਕੇ ਬਖਸ਼ਿਸ਼ ਵੀ ਬਰਾਬਰ ਹੈ। ਬੱਚੇ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦੇ, ਪਿਤਾ ਸਾਡੇ ਗੁਰੂ ਰਾਮਦਾਸ ਮਹਾਰਾਜ ਜੀ। ਜੇ ਗੁਰੂ ਦੀ ਗੱਲ ਕਰੀਏ ਤੇ ਗੁਰੂ ਵੀ ਸਾਡੇ ਤਿੰਨਾਂ ਦੇ ਇੱਕੋ ਹੀ ਨੇ। ਗੁਰੂ ਰਾਮਦਾਸ ਪਾਤਸ਼ਾਹ ਨੂੰ ਅਸੀਂ ਗੁਰੂ ਬਣਾਇਆ ਹੈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ। ਬਚਨ ਕਰਦੇ ਕਹਿਣ ਲੱਗੇ, ਜਿਹੜੀ ਬਖਸ਼ਿਸ਼ ਤੁਹਾਡੇ ਉੱਪਰ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਉਹ ਬਖਸ਼ਿਸ਼ ਸਾਡੇ ਉੱਪਰ ਨਹੀਂ ਹੋਈ। ਸਾਡੇ ਕੋਲ ਉਹ ਬਖਸ਼ਿਸ਼ ਨਹੀਂ ਹੈ। ਜਿਸ ਗੁਰੂ ਪਦਵੀ ਤੇ ਤੁਸੀਂ ਬੈਠੇ ਹੋ, ਇਸ ਗੁਰੂ ਪਦਵੀ ਤੇ ਅਸੀਂ ਨਹੀਂ ਬੈਠੇ। ਜਿਹੜੀ ਪ੍ਰਾਪਤੀ ਤੁਹਾਨੂੰ ਅੰਦਰੋਂ ਨਿਰੰਕਾਰ ਦੀ ਹੈ, ਉਹ ਪ੍ਰਾਪਤੀ ਸਾਨੂੰ ਨਹੀਂ ਹੋਈ। ਹੁਣ ਵੇਖੋ, ਪਿਤਾ ਵੀ ਇੱਕੋ ਹੀ ਹੈ, ਅਸੀਂ ਪੁੱਤਰ ਵੀ ਇੱਕੇ ਪਿਤਾ ਦੇ, ਗੁਰੂ ਵੀ ਇੱਕੋ ਹੀ ਹੈ, ਤੇ ਚੇਲੇ ਵੀ ਆਪਾਂ ਇੱਕੇ ਗੁਰੂ ਦੇ ਹਾਂ। ਪਰ ਜਿਹੜੀ ਪ੍ਰਾਪਤੀ ਤੁਹਾਨੂੰ ਹੋਈ ਹੈ ਨਾ, ਉਹ ਸਾਨੂੰ ਨਹੀਂ ਹੋਈ ਹੈ। ਅਸੀਂ ਉਹ ਤੋਂ ਪਿੱਛੇ ਹਾਂ। ਇਸ ਕਰਕੇ ਮੈਂ ਤੁਹਾਨੂੰ ਮੱਥਾ ਤਾਂ ਟੇਕਿਆ, ਨਮਸਕਾਰ ਤਾਂ ਕੀਤੀ ਹੈ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਸੁਣ ਮੀਤਾ ਜੀਓ, ਐ ਮਿੱਤਰ ਜੀਓ, ਐ ਭਰਾ ਜੀਓ, ਮੇਰੀ ਬੇਨਤੀ ਸੁਣੋ। ਜੀਓ ਹਮਾਰਾ ਬਲ ਬਲ ਜਾਸੀ। ਸਾਡਾ ਜੀ ਆਤਮਾ ਤੁਹਾਡੇ ਤੋਂ ਬਲਿਹਾਰ ਜਾਂਦੀ ਹੈ, ਕੁਰਬਾਨ ਜਾਂਦੀ ਹੈ, ਸਦਕੇ ਜਾਂਦੀ ਹੈ। ਅਸੀਂ ਤਨ ਕਰਕੇ ਮਨ ਕਰਕੇ ਤੁਹਾਡੇ ਤੋਂ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਹਾਂ। ਹਰ ਦਰਸ਼ਨ ਦੇਹੋ ਦਿਖਾਈ। ਵਾਸਤੇ ਸਾਨੂੰ ਹਰੀ ਹਰ ਪਰਮੇਸ਼ਰ ਦੇ ਦਰਸ਼ਨ ਕਰਵਾ ਦਿਓ। ਬਾਬਾ ਮਹਾਦੇਵ ਦੀ ਇਹ ਬੇਨਤੀ ਹੈ। ਬੜੇ ਪੁੱਜੇ ਹੋਏ ਸਾਧੂ ਸਨ। ਇਹ ਨਹੀਂ ਮੰਗਿਆ ਵੀ ਦੁਨੀਆ ਦੇ ਪਦਾਰਥ, ਦੁਨੀਆ ਦੀਆਂ ਵਸਤੂਆਂ ਦੇ ਦਿਓ। ਕਹਿਣ ਲੱਗੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੈਂ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰਦਾ, ਹਰ ਦਰਸ਼ਨ ਦੇਹੋ ਦਿਖਾਈ। ਜੋ ਪਰਮੇਸ਼ਰ ਹੈ ਨਾ, ਮੈਨੂੰ ਉਹਦੇ ਦਰਸ਼ਨ ਕਰਵਾ ਦਿਓ। ਤੁਸੀਂ ਕਰਵਾ ਸਕਦੇ ਹੋ, ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਗੁਰਤਾ ਗੱਦੀ ਦੇ ਮਾਲਕ ਹੋ। ਇਹ ਮੇਰੇ ਕੋਲੋਂ ਗਲਤੀ ਹੋਈ ਹੈ। ਗੁਰੂ ਰਾਮਦਾਸ ਪਾਤਸ਼ਾਹ ਪਿਤਾ ਦੇ ਸੱਚਖੰਡ ਜਾਣ ਤੋਂ ਮਗਰੋਂ ਮੈਂ ਤੁਹਾਨੂੰ ਛੱਡ ਕੇ ਪ੍ਰਿਥੀ ਚੰਦ ਦੇ ਕੋਲ ਚਲੇ ਗਿਆ। ਪਰ ਪ੍ਰਿਥੀ ਚੰਦ ਦੇ ਮਨ ਵਿੱਚ ਈਰਖਾ ਹੈ, ਲੋਭ ਹੈ, ਲਾਲਚ ਹੈ। ਉਹਦੇ ਕੋਲ ਇੰਨੀ ਪ੍ਰਾਪਤੀ ਨਹੀਂ ਹੈ। ਹੁਣ ਮੈਨੂੰ ਸਮਝ ਆਈ ਹੈ ਵੀ ਪ੍ਰਾਪਤੀ ਤੁਹਾਡੇ ਕੋਲੋਂ ਹੋਣੀ ਹੈ। ਇਸ ਕਰਕੇ ਭਰਾ ਜੀ, ਮੈਂ ਤੁਹਾਡੇ ਕੋਲ ਆਇਆ। ਮੇਰੇ ਮਿੱਤਰ ਬਣ ਕੇ, ਮੇਰੇ ਸਖੇ ਬਣ ਕੇ, ਮੇਰੇ ਭਰਾ ਬਣ ਕੇ ਮੈਨੂੰ ਹਰੀ ਦੇ ਦਰਸ਼ਨ ਕਰਵਾ ਦਿਓ, ਤਾਂ ਕਿ ਮੇਰਾ ਜੀਵਨ ਸਫਲਾ ਹੋ ਜਾਵੇ। ਸੁਣ ਮੀਤਾ ਧੂਰੀ ਕੋ ਬਲ ਜਾਈ। ਐ ਭਰਾ, ਮੈਂ ਤੁਹਾਡੀ ਧੂਰੀ ਤੋਂ, ਜਿਹੜੀ ਚਰਨਾਂ ਦੀ ਧੂੜ ਹੈ ਨਾ, ਉਹਦੇ ਤੋਂ ਵੀ ਬਲਿਹਾਰ ਜਾਂਦਾ, ਕੁਰਬਾਨ ਜਾਂਦਾ। ਬਾਬਾ ਮਹਾਦੇਵ ਜੀਆਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ ਹੱਥ ਲਾ ਕੇ ਆਪਣੇ ਮਸਤਕ ਨੂੰ ਲਾਇਆ। ਨਾਲ ਹੀ ਬੇਨਤੀ ਕੀਤੀ। ਕਹਿਣ ਲੱਗੇ, ਆ ਮਿੱਤਰ ਭਰਾ, ਧੂਰੀ ਕੋ ਬਲ ਜਾਈ। ਮੈਂ ਤੁਹਾਡੇ ਚਰਨਾਂ ਦੀ ਧੂੜੀ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ। ਕਿਰਪਾ ਕਰੋ, ਮੈਨੂੰ ਪਰਮੇਸ਼ਰ ਦੇ ਦਰਸ਼ਨ ਕਰਵਾ ਦਿਓ। ਇਹੋ ਮਨ ਤੇਰਾ ਭਾਈ। ਸਾਡਾ ਮਨ ਜਿਹੜਾ ਹੈ ਨਾ, ਇਹ ਅਸੀਂ ਤੁਹਾਨੂੰ ਭੇਟ ਕਰਦੇ ਹਾਂ। ਕਿਉਂਕਿ ਬਚਨ ਨੇ ਨਾ ਵੱਡੇ ਸਤਿਗੁਰਾਂ ਦੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਜਿੱਥੇ ਤਨ ਅਰਪਣ ਕਰਨਾ ਪੈਣਾ, ਉੱਥੇ ਮਨ ਵੀ ਅਰਪਣ ਕਰਨਾ ਪੈਣਾ। ਜਿਹੜੇ ਫੁਰਨੇ ਨੇ ਨਾ, ਮਨ ਵਿੱਚ ਵਿਚਾਰ ਆਉਂਦੇ, ਇਹ ਫੁਰਨੇ ਵੀ ਗੁਰੂ ਅੱਗੇ ਰੱਖਣੇ ਪੈਣੇ ਨੇ, ਤਾਂ ਕਿ ਫੁਰਨਾ ਜ ਮਾੜਾ ਆਵੇ ਤੇ ਜਾਣ ਲਵੇ ਵੀ ਇਹ ਮੇਰੇ ਗੁਰੂ ਦਾ ਹੁਕਮ ਨਹੀਂ ਹੈ, ਗੁਰੂ ਨੇ ਇਸ ਕੰਮ ਤੋਂ ਮੈਨੂੰ ਰੋਕਿਆ। ਇਹ ਜਾਣ ਕੇ ਉਸ ਮਾੜੇ ਫੁਰਨੇ ਤੋਂ ਗੁਰੇਜ਼ ਕਰੇ। ਭਲੇ ਦਾ ਫੁਰਨਾ ਆਵੇ, ਵਿਚਾਰ ਬਣੇ, ਗੁਰੂ ਦਾ ਹੁਕਮ ਜਾਣ ਕੇ ਉਹਦੇ ਉੱਪਰ ਪਹਿਰਾ ਦੇਵੇ। ਸਤਿਗੁਰੂ ਬਖਸ਼ਿਸ਼ ਕਰਦੇ, ਇਹੋ ਮਨ ਤੇਰਾ ਭਾਈ। ਐ ਭਰਾ ਜੀ, ਮੈਂ ਆਪਣਾ ਮਨ, ਜਿਵੇਂ ਕਿ ਗੁਰੂ ਹੁਕਮ ਹੈ ਵੀ ਆਪਣਾ ਮਨ ਗੁਰੂ ਨੂੰ ਭੇਟ ਕਰੀਦਾ, ਮੈਂ ਆਪਣਾ ਮਨ ਤੁਹਾਡੇ ਚਰਨਾਂ ਵਿੱਚ ਰੱਖਦਾ। ਨਾ ਮੇਰਾ ਕੋਈ ਆਪਣਾ ਫੁਰਨਾ, ਨਾ ਮੇਰਾ ਆਪਣਾ ਤਨ ਹੈ। ਮੈਂ ਤੇ ਸਭ ਕੁਝ ਤੁਹਾਨੂੰ ਭੇਟ ਕਰ ਦਿੱਤਾ।
मैनू परमेश्वर दे दर्शन करवा दिओ। रहो पाप मलोवा मल मल धोआ एहो मनता कुदेसा। गुरु बख्शिश कर दे। बाबा महादेव जी कहन लगे पाप मलोवा ਜਿਹੜੇ ਆਪ ਜੀ ਦੇ ਪਾਵ ਚਰਨ ਨੇ ਨਾ, ਮੈਂ ਉਹਨਾਂ ਨੂੰ ਮਲੋਵਾ ਕਹੀਏ ਪਲੋਸਦਾ ਹਾਂ, ਮੁੱਠੀ ਚਾਪੀ ਕਰਦਾ। ਮੈਂ ਆਪ ਜੀ ਦੇ ਚਰਨਾਂ ਨੂੰ ਪਲੋਸਦਾ ਹਾਂ, ਹੱਥਾਂ ਦੇ ਨਾਲ ਮੁੱਠੀ ਚਾਪੀ ਕਰਦਾ। ਮਲ ਮਲ ਧੋਵਾ, ਮੈਂ ਮਲ ਮਲ ਕੇ ਫਿਰ ਆਪ ਜੀ ਦੇ ਚਰਨਾਂ ਦੇ ਧੋਣ ਦੀ ਸੇਵਾ ਕਰਦਾ। ਇਹ ਮੈਂ ਸੇਵਾ ਆਪ ਜੀ ਦੇ ਕੋਲੋਂ ਮੰਗਦਾ, ਇਹ ਸੇਵਾ ਮੈਂ ਕਰਨੀ ਚਾਹੁੰਦਾ। ਮੈਨੂੰ ਇਹ ਸੇਵਾ ਮਿਲ ਜਾਵੇ। ਪਾਵ ਮਲੋਵਾ, ਮੈਂ ਆਪ ਜੀ ਦੇ ਚਰਨਾਂ ਨੂੰ ਮਲਾਂ, ਝਸਨਾ ਕਰਾਂ, ਮੁੱਠੀ ਚਾਪੀ ਕਰਾਂ। ਤੇ ਨਾਲ ਹੀ ਬਚਨ ਕਰਦੇ ਮਲ ਮਲ ਧੋਆ। ਇਸ ਚਰਨਾਂ ਨੂੰ, ਇਹਨਾਂ ਚਰਨਾਂ ਨੂੰ ਮਲ ਮਲ ਕੇ ਬੜੇ ਭਾਵਨਾ ਨਾਲ, ਬੜੇ ਪਿਆਰ ਦੇ ਨਾਲ ਮੈਂ ਧੋਣਾ ਕਰਾਂ। ਇਹੋ ਮਨ ਤੈ ਕੂ ਦੇਸਾ, ਇਹ ਮੈਂ ਆਪਣਾ ਮਨ ਤੁਹਾਡੇ ਚਰਨਾਂ ਵਿੱਚ ਭੇਟਾ ਕਰ ਦਿੱਤਾ। ਮੇਰੇ ਮਨ ਰੂਪੀ ਭੇਟਾ ਜਿਹੜੀ ਆਪ ਜੀ ਅੰਗੀਕਾਰ ਕਰਨਾ ਕਰੋ। सुन मीता हो तेरी शरण आई आया प्रभु मिलो देहो उपदेसा। ਐ ਭਾਈ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਇਹ ਬਾਬਾ ਮਹਾਦੇਵ ਦੇ ਬਚਨ ਨੇ। ਬਾਬਾ ਮਹਾਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵੱਡੇ ਭਰਾ ਕਹਿਣ ਲੱਗੇ ਸੁਣ ਮੀਤਾ, ਐ ਮਿੱਤਰ, ਐ ਭਾਈ ਸੁਣ, ਹੋ ਤੇਰੀ ਸ਼ਰਨ ਆਈ ਆਇਆ। ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਚੱਲ ਕੇ। ਕਾਹਦੇ ਵਾਸਤੇ? ਪ੍ਰਭ ਮਿਲੋ ਦਿਓ ਉਪਦੇਸਾ, ਪਰਮਾਤਮਾ ਕਿਵੇਂ ਮਿਲੇ ਇਹ ਸਾਨੂੰ ਉਪਦੇਸ਼ ਦੇਣਾ ਕਰ, ਕਿਉਂਕਿ ਤੁਹਾਡੇ ਉਪਦੇਸ਼ ਤੋਂ ਬਿਨਾਂ ਪ੍ਰਾਪਤੀ ਨਹੀਂ ਹੋਣੀ ਹੈ। ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਇਸ ਵਾਸਤੇ ਆਏ ਹਾਂ ਵੀ ਪਰਮਾਤਮਾ ਦੇ ਮਿਲਾਪ ਦੀ ਆਪ ਜੀ ਸਾਨੂੰ ਉਪਦੇਸ਼ ਦਿਓ ਵੀ ਪਰਮਾਤਮਾ ਮਿਲੇਗਾ ਕਿਵੇਂ। ਗੁਰੂ ਕੋਲ ਕਿਉਂ ਆਈਦਾ, ਗੁਰੂ ਨੂੰ ਨਮਸਕਾਰ ਕਿਉਂ ਕਰੀਦੀ ਹੈ, ਸੰਗਤ ਵਿੱਚ ਕਿਉਂ ਬੈਠੀਦਾ, ਕਥਾ ਕੀਰਤਨ ਕਿਉਂ ਸਰਵਨ ਕਰਦੇ ਪਏ। ਇਸ ਵਾਸਤੇ ਕਰਦੇ ਪਏ ਹਾਂ ਵੀ ਇਥੋਂ ਦਾਤ ਮਿਲਣੀ ਹੈ ਪਰਮਾਤਮਾ ਦੀ ਮਿਲਾਪ ਦੀ। ਸਤਿਗੁਰੂ ਸਾਨੂੰ ਸਮਝਾਉਣਗੇ, ਗਿਆਨ ਦੇਣਗੇ ਵੀ ਗੁਰੂ ਮਿਲਦਾ ਕਿਵੇਂ ਆ, ਗੁਰੂ ਕੋਲੋਂ ਬਖਸ਼ਿਸ਼ ਕਿਵੇਂ ਮਿਲਦੀ ਹੈ, ਗੁਰੂ ਕੋਲੋਂ ਬਖਸ਼ਿਸ਼ ਲੈਣੀ ਕਿਵੇਂ ਹੈ। ਇਹ ਸੰਗਤ ਵਿੱਚੋਂ ਗੁਣ ਪ੍ਰਾਪਤ ਹੁੰਦਾ। ਆਪਾਂ ਇਤਿਹਾਸ ਦਾ ਬਚਨ ਪੜ੍ਹਦੇ ਨਾ ਕਿ ਬੀਬੀ ਸੁਲੱਖਣੀ ਜੀ ਆਏ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ, ਪਰ ਆਏ ਕਿੱਥੇ? ਸੰਗਤ ਵਿੱਚ ਆਏ। ਗੁਰੂ ਹਰਗੋਬਿੰਦ ਪਾਤਸ਼ਾਹ ਬੈਠੇ ਦੀਵਾਨ ਸਜਾ ਕੇ, ਸੰਗਤਾਂ ਬੈਠੀਆਂ ਹੋਈਆਂ, ਤੇ ਬੀਬੀ ਸੁਲੱਖਣੀ ਜਦੋਂ ਆਈ, ਆ ਕੇ ਹੁਣ ਜਿਵੇਂ ਬੰਦਾ ਘਰੋਂ ਚੱਲਿਆ, ਜਿਵੇਂ ਸਾਡੇ ਪਰਿਵਾਰ ਦੀ ਜਾਂ ਸਾਨੂੰ ਤਾਲੀਮ ਹੁੰਦੀ ਹੈ, ਸਿੱਖਿਆ ਹੁੰਦੀ ਹੈ, ਉਸ ਮੁਤਾਬਕ ਅਸੀਂ ਬਚਨ ਕਰਦੇ। ਜਦੋਂ ਬਚਨ ਕੀਤਾ ਨਾ ਪੁੱਤਰ ਦੀ ਪ੍ਰਾਪਤੀ ਦਾ ਤੇ ਨਾ ਹੋ ਗਈ, ਤੇ ਫਿਰ ਪੁੱਤਰ ਲੈਣਾ ਕਿਵੇਂ ਹੈ, ਗੁਰੂ ਕੋਲੋਂ ਬਖਸ਼ਿਸ਼ ਲੈਣੀ ਕਿਵੇਂ ਹੈ, ਇਹ ਫਿਰ ਸੰਗਤ ਵਿੱਚੋਂ ਪਤਾ ਲੱਗਾ। ਜਿਹੜੀ ਆਪਣੀ ਘਰ ਦੀ ਮੱਤ ਸੀ, ਘਰ ਦੀ ਸਿਆਣਪ ਸੀ, ਉਹਦੇ ਨਾਲ ਦਾਤ ਨਹੀਂ ਮਿਲੀ ਹੈ। ਆਏ ਜ਼ਰੂਰ ਨੇ ਪਰ ਮਿਲੀ ਨਹੀਂ, ਨਾ ਹੋ ਗਈ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਕਰਮਾਂ ਵਿੱਚ ਲਿਖਿਆ ਨਹੀਂ ਬੀਬੀ, ਮਾਤਾ ਦਈਏ ਕਿਵੇਂ, ਕਰਮਾਂ 'ਚ ਲਿਖਿਆ ਹੋਵੇ ਤੇ ਮਿਲ ਜਾਵੇ। ਜਦੋਂ ਇਹ ਬਚਨ ਸੁਣਿਆ, ਫਿਰ ਸੰਗਤ ਵਿੱਚੋਂ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਵਰਗੇ, ਮਹਾਨ ਗੁਰਸਿੱਖ ਭਾਈ ਗੁਰਦਾਸ ਜੀ ਵਰਗੇ, ਗੁਰੂ ਕੀ ਸੰਗਤ ਵਿੱਚੋਂ ਬਰਕਤ ਪ੍ਰਾਪਤ ਹੁੰਦੀ ਹੈ। ਸੰਗਤ ਵਿੱਚੋਂ ਇਹ ਸਿੱਖਿਆ ਮਿਲੀ ਵੀ ਦਾਤ ਲੈਣੀ ਕਿਵੇਂ। ਸੰਗਤ ਵਿੱਚ ਚੱਲ ਕੇ ਆਏ ਆ, ਸਾਨੂੰ ਇੱਥੇ ਦਾਤ ਲੈਣ ਦੀ ਸੋਝੀ ਆਵੇ, ਤੇ ਸਿੱਖਿਆ ਇਹ ਦੇ ਦਿੱਤੀ ਵੀ ਕਲਮ ਤੇ ਕਾਗਜ਼ ਮਹਾਰਾਜ ਦੇ ਅੱਗੇ ਰੱਖ ਕੇ ਬੇਨਤੀ ਕਰੋ ਵੀ ਲਿਖਣ ਵਾਲੇ ਮਹਾਰਾਜ ਆਪ ਹੋ, ਫਿਰ ਕਿਰਪਾ ਕਰਕੇ ਲਿਖ ਦਿਓ। ਜਦੋਂ ਇਹ ਬੇਨਤੀ ਕੀਤੀ ਤੇ ਸਤਿਗੁਰੂ ਇਹ ਗੱਲ ਦਾ ਜਵਾਬ ਸੁਣ ਕੇ ਬੜੇ ਖੁਸ਼ ਹੋਏ ਤੇ ਮਹਾਰਾਜ ਨੇ ਦਾਤ ਦੇ ਦਿੱਤੀ। ਇਹ ਸਾਖੀ ਆਪਾਂ ਤਾਂ ਉਦਾਹਰਨ ਦੇ ਵਾਸਤੇ ਲਈ ਹੈ ਕਿ ਸੰਗਤ ਵਿੱਚ ਅਸੀਂ ਤਾਂ ਆਉਂਦੇ ਹਾਂ, ਸਾਨੂੰ ਇੱਥੇ ਮੰਗਣ ਦੀ ਜਾਚ ਆਉਂਦੀ ਹੈ ਵੀ ਗੁਰੂ ਕੋਲੋਂ ਮੰਗਣਾ ਕਿਵੇਂ ਹੈ। ਇਹ ਮੰਗਣ ਦੀ ਸੋਝੀ ਸੰਗਤ ਵਿੱਚੋਂ ਮਿਲਦੀ ਹੈ। ਸਾਡੇ ਘਰ ਦੇ ਗਿਆਨ ਦੇ ਨਾਲ, ਪਰਿਵਾਰ ਦੀ ਸਿਆਣਪ ਦੇ ਨਾਲ ਦਾਤਾਂ ਨਹੀਂ ਮਿਲਦੀਆਂ। ਬੀਬੀ ਸੁਲੱਖਣੀ ਆਈ ਜ਼ਰੂਰ ਹੈ, ਬੜੀ ਸਿਆਣੀ ਹੈ, ਬੜੀਆਂ ਥਾਵਾਂ ਤੇ ਵਿਚਾਰੀ ਨੇ ਠੋਕਰਾਂ ਖਾਧੀਆਂ ਹੋਣਗੀਆਂ, ਬੜੀ ਅਕਲ ਦੇ ਨਾਲ, ਬੜੀ ਤਾਲੀਮ ਦੇ ਨਾਲ ਉਹਨੇ ਗੱਲ ਕੀਤੀ ਹੋਵੇਗੀ, ਪਰ ਦਾਤ ਮਿਲੀ ਨਹੀਂ। ਜਦੋਂ ਸੰਗਤ ਦੀ ਪ੍ਰਾਪਤੀ ਹੋਈ, ਸੰਗਤ ਵਿੱਚੋਂ ਸੋਝੀ ਮਿਲੀ ਗੁਰੂ ਨੂੰ ਕਿਵੇਂ ਪ੍ਰਸੰਨ ਕਰੀਦਾ ਹੈ, ਗੁਰੂ ਕੋਲੋਂ ਦਾਤ ਕਿਵੇਂ ਲਈਦੀ ਹੈ, ਫਿਰ ਗੁਰੂ ਨੂੰ ਖੁਸ਼ ਕਰਕੇ ਤੇ ਦਾਤ ਪ੍ਰਾਪਤ ਕਰ ਲਈ। ਸਤਿਗੁਰੂ ਬਖਸ਼ਿਸ਼ ਕਰਦੇ ਸੁਣ ਮੀਤਾ ਹੋ ਤੇਰੀ ਸ਼ਰਨ ਆਈ ਆਇਆ। ਅਸੀਂ ਗੁਰੂ ਦੀ ਸ਼ਰਨ ਵਿੱਚ ਆਏ ਹਾਂ, ਇੱਥੋਂ ਸਿੱਖਿਆ ਮਿਲਦੀ ਹੈ ਪਰਮਾਤਮਾ ਕਿਵੇਂ ਮਿਲੇ, ਇੱਥੋਂ ਸਿੱਖਿਆ ਮਿਲਦੀ ਹੈ ਜੇ ਪਦਾਰਥ ਗੁਰੂ ਕੋਲੋਂ ਵਸਤੂ ਲੈਣੀ ਹੈ ਤੇ ਕਿਵੇਂ ਮਿਲੇ। ਪਰ ਮਿਲੋ ਦੇਹੋ ਉਪਦੇਸਾ,
पर मैं तो पदार्थ मंगन नहीं आया, मैं तुहाडी शरण विच परमात्मा मिल जावे, ये मैनू उपदेश दिओ। ये जिहड़े बचन ने ना, 2 पौड़ियां आपां सरवण कर लईआं शब्द दियां। ये पहलियां 2 पौड़ियां बाबा महादेव जी गुरु अर्जन साहब जी के जो भरा ने, ये उन्होंने बेनती की सी। उस बेनती नूं गुरु अर्जन देव पातशाह ने शब्द के रूप में इत्थे लिखिआ। हुण गुरु अर्जन देव महाराज जी बाबा महादेव जी दे गल्लां दा जवाब देणगे, नाले दसणगे भी परमात्मा किवें प्राप्त हुंदा है। फरमाउंदे हन मान कीजै सन परिजै। गुरु अर्जन देव पातशाह इथों हुण बोले, कहण लगे बाबा महादेव जी तुसीं साडे वड्डे भरा हो, पर एक बचन चंगी तरह पल्ले बन लो, मान ना कीजै। मान नहीं करीदा हुंदा, जिहड़े मान करदे ने उन्हां नूं प्राप्त कुछ नहीं हुंदा है। मान करन वाले खाली रह जांदे। तुहाडे मन विच ये मान है भी मैं गुरु पुत्र हाँ, इस मान नूं पहलां परे कर दिओ भी गुरु पुत्र हाँ। मान करके प्राप्ति कुछ नहीं है। तुहाडे मन विच ये मान है भी मैं गुरु पुत्र होण दे नाल नाल मैं गुरु भाई भी हाँ, गुरु मेरा भरा लगदा। रिश्तेदारियां ते संसार विच ने, कोई आखदा मेरा रिश्तेदार अफसर लगा होया, किसी वड्डी पहुँच के उपर बैठा होया। दुनिया के लोग रिश्तेदारी नूं इस्तेमाल करके सोचते कि वो मेरी मदद करेगा, और दुनिया करती भी है। पर परमात्मा की प्राप्ति वास्ते ये गल छड्डनी पवेगी मन दे विचों कि मैं गुरु पुत्र हाँ जां गुरु भरा हाँ। इस गल दे हंकार नूं जिन्ना चिर दूर नहीं ना करदे उन्ना चिर प्राप्ति नहीं। इतिहास विच बचन आउंदा है, सतगुरां दे परिवार दे विचों धीरमल नाम दा एक व्यक्ति होया। गुरु हरगोबिंद पातशाह जियां दा वड्डा पोतरा, जेठा पोतरा गुरु हरगोबिंद पातशाह जियां दा। गुरु हर राय साहब जियां दा वड्डा भरा है। गुरु हरकृष्ण महाराज जियां दा ताया लगदा है, गुरु तेग बहादुर महाराज जियां दा भतीजा लगदा है। इन्नियां रिश्तेदारियां उहदियां गुरु घर दे नाल, गुरुआं दे नाल। मन में इसे गल का हंकार सी भी गुरु मेरा दादा है, गुरु मेरा भरा है, गुरु मेरा भतीजा है, जां मैं गुरु का भतीजा हाँ। ये हंकार करके दावा रखदा भी गुरु मैं हाँ। बाबे बकाले बैठ गया, मंजा ढा के पलंघा रख के चौर करवाउंदा सेवकां दे कोलों, मत्था टकाउंदा सेवकां दे कोलों, लंगरां नूं जाके भोग लाउंदा, गुरु बन के बैठ के उपदेश दिंदा है। पर खाली रह गया, इस करके रह गया भी मान आ गया भी मेरियां गुरु नाल इन्नियां रिश्तेदारियां ते मैं भी गुरु ही बन गया। गुरु अर्जन देव पातशाह कहन लगे मान ना कीजै। बाबा महादेव जी पहला मान छड्ड दिओ मन विचों भी मैं गुरु पुत्र हाँ। इत्थे रिश्तेदारी काम नहीं करती है, इत्थे रिश्तेदारी करके प्राप्ति नहीं है। मान ना कीजै, गुरु पुत्र होण दा मान छड्ड दिओ, गुरु भरा होण दा मान छड्ड दिओ। मान ना कीजै शरण परीजै, इत्थे ते शरण पैना पैना है, इत्थे ते दास बनना पैना, सेवक बनना पैना। इत्थे सारियां डिगरियां पदवियां रिश्तेदारियां सब कुछ परे करनियां पैणियां ते तां प्राप्ति होनी है। अज दा सिख की करदा, अरदास भी करनी होवे ना ते अपने नाम नूं लैण तो पहला अपनी पदवी का इस्तेमाल किया जाता, मान नहीं छड्डिया जाता। मैं इस पदवी ते काम करदा हाँ। मान लो वो सेवा मुक्त भी हो गया ना, नौकरी तो सेवा मुक्त होके घर में बैठ गया तो मान तो अजे भी नहीं छड्डिया जा रहा, फिर भी लिखवा दिंदा, कह दिंदा है मैं इस पदवी तो सेवा मुक्त होया, इसका वर्णन करना चाहिए, इसका वर्णन करो ता मेरा नाम लो भी मैं ये व्यक्ति हाँ। तो प्राप्ति कोई नहीं है। गुरु अर्जन देव पातशाह कहन लगे मान ना कीजै, तू तो सेवा तो बाहरी हो के भी हाले भी मान चुकी बैठा है, तो प्राप्ति किवें होवे। सतगुरु पातशाह कहन लगे मान न कीजै शरण परीजै, जे गुरु घरों कुछ लैना तो सेवक बन, इत्थे अपनी पदवी नूं परे कर दे। भावें तू मौजूदा सेवादार है तो भावें मुक्त हो गया, इन्हां गल्लां नूं जिन्ना चिर परे करके शरण विच नहीं आउंदा प्राप्ति कोई नहीं है। अगला बचन महाराज बख्शिश करते हैं, करे सो भला मनाइए। बचन पल्ले बंधन वाला, संगत विच आए हैं अज कुछ ना कुछ लैके जावांगे। पहला बचन ये सी मान ना कर किसी गल दा, दूजा बचन सी शरण विच पैना कर दास बन के, तीजा बचन गुरु अर्जन देव पातशाह जियां दा करे सो भला मनाइए। जो परमात्मा करदा है उस दी रजा विच राजी रह के
ਇਹ ਸੋਚ ਵੀ ਪ੍ਰਮਾਤਮਾ ਜੋ ਕਰਦਾ ਉਹ ਭਲਾ ਹੀ ਕਰਦਾ ਪਿਆ, ਚੰਗਾ ਹੀ ਕਰਦਾ ਪਿਆ, ਬਹੁਤਾ ਵਧੀਆ ਕਰਦਾ ਪਿਆ। ਇਹ ਹੈ ਉਹਦੀ ਰਜ਼ਾ ਵਿੱਚ ਰਹਿਣਾ। ਰਜ਼ਾ ਵਿੱਚ ਰਵੇਂਗਾ परमात्मा तेरे ते खुश हो जाएगा, प्रसन्न हो जाएगा। पर गुरमुखो वड्डी घाट साडे जीवन में ये है, असी परमात्मा दे कीते नूं भला करके जानते नहीं। तुम करो भला हम भलो ना जाने। गुरु तो भला करदा किसी ना किसी रूप दे विच, पर असी आखदे हां भी नहीं ये चंगा नहीं होया, ये जरूर जो मैं कहंदा सी वो होना चाहिए। महाराज कहन लगे तुम करो भला हम भलो ना जाने, तुम सदा सदा दयाला। सतगुरु तुसी ते सदा ही दयालता करन वाले हो, पर मैं तुहाडे भले नूं तुहाडी बख्शिश नूं समझ नहीं सकिया। तुसी मेरा की भला करदे पे, मैं की सोचदा पिया। इस करके जो करे सो भला मनाइए। परमात्मा जो करदा उसनूं भला करके मन लेना कर। सुन मीता जियो पिंड सब तन अर्पीजै, इहो दर्शन हर जियो पाइए। दर्शनां दी प्राप्ति किवें होवे? दर्शनां दी प्राप्ति सानू नहीं ना होई, असीं हरिहर परमेश्वर दे दर्शन कर नहीं पाए। उहदा कारण की है? सुन मीता, ऐ मित्र, ऐ भरा सुन। सारियां तो पहला जियो कहिए जी आत्मा, अपनी जी आत्मा गुरु नूं भेंट कर, अपना मन गुरु नूं भेंट कर। दूजा बचन महाराज ने लिखिया पिंड, पिंड तो भाव शरीर, अपना ये जिहड़ा स्थूल शरीर है ये गुरु नूं भेंट कर दे। तीजा बचन महाराज कहन लगे सुन मीता जियो पिंड सब तन अर्पीजै। तन तो भाव जिहड़ा सूक्ष्म शरीर है तेरे अंदर है उसनूं भी गुरु नूं भेंट कर दे। अपना तन मन धन, जां इस तरह कह लईए अपनी आत्मा, अपना स्थूल शरीर और अपना सूक्ष्म शरीर जिहड़ा है ये गुरु नूं भेंट कर दे। जदों भेंट करेगा तो पातशाह कहन लगे इउं दर्शन हर जियो पाइए, फिर तैनूं परमात्मा दे दर्शन होणगे। इत्थे ते तन रखण दी भी गल नहीं है, इत्थे ते जिहड़ा तेरा सूक्ष्म शरीर है उन्हों भी रखण दी गल नहीं है, क्योंकि तेरा कुछ इत्थे अपना है ही नहीं। जो कोई तैनूं दिता वो परमात्मा ने दिता है, ते परमात्मा दी वस्त जान के उसनूं परमात्मा दे अगे भेंट कर दे। जिसकी वस्त तिसे आज्ञा रखै, प्रभ की आज्ञा मानै माथै, उसते चौगन करे निहाल। नानक साहिब सदा दयाल। वो परमात्मा सदा दयालु है। जिन्नी बख्शिश तू ओदी मन के ओदे अगे भेंट करेगा तिस ते चौगुण करे निहाल, उस तो 4 गुना वाधो तैनू निहाल कर देवेगा। ऐसियां बख्शिशां उसदियां प्राप्त होंदियां हन। भयो अनुग्रह प्रसाद संतन कै, हर नामा है मीठा। पातशाह कहन लगे जिहड़े रब दे संत ने, संत उन्हां नूं आखिया जांदा जिन्हां दा मन शांत हो गया, जिहड़े अंदरों शांत हो गए ने। पातशाह फरमाउंदे संतन प्रसाद, संतां दी प्रसाद कृपा दे नाल भयो अनुग्रह, परमात्मा साडे ते अनुग्रह कहिए कृपालू हो गया। ये संतां दी कृपा हुई है तां परमात्मा साडे ते कृपालू होया, ते उहदे कृपालू होण करके हर नामा है मीठा। हुण रब दा नाम सानू बड़ा ही मिठा लगदा है, बड़ा ही स्वाद लगदा है। उहदा नाम हुण साडे कोलों छड्डिया नहीं जा रहा। ऐसा नाम का स्वाद आ गया, उस स्वाद नूं छड्डिया नहीं जाता। बाबा फरीद साहब जी ने बचन लिखिया, कहन लगे सभे वस्तु मिठियां रब ना पूजन तुद। दुनिया में मिठे मिठे पदार्थ बड़े ने, पर नाम का इन्ना स्वाद आ गया हुण दुनिया का कोई पदार्थ मिठा लगता ही नहीं। बाबा कबीर साहब जी कहन लगे गुरबाणी के अंदर, कहन लगे भाई बचन ये है नाम का स्वाद इन्ना आ गया हुण ते जिहड़ा है कोई काम करन नूं मन नहीं करता। काम करन वास्ते जे 1 सेकंड वास्ते भी रब दे नाम नूं जुबान तो भुलाउंदा हाँ ते मेरे रस विच फर्क पै जांदा है। हर नामा है मीठा, रब दा नाम इन्ना मिठा है हुण उस नूं छड्डिया नहीं जांदा। हुण उसनूं मैं छड्ड नहीं सकदा हाँ, पर ये दातां उदों प्राप्त होंदियां जदों गुरु बख्शिश कर दे। महाराज फिर फरमाउंदे हन भयो अनुग्रह प्रसाद संतन का, हर नामा है मीठा। गुरु बख्शिश कर दे। कहन लगे जिहड़े कृपालू संत ने, संत प्रसाद संतन जिहड़े संत ने ना
ਜਦੋਂ ਉਹ ਪ੍ਰਸਾਦ ਕਹੀਏ ਕਿਰਪਾਲੂ ਹੁੰਦੇ ਨੇ, ਮਿਹਰ ਵਿੱਚ ਆਉਂਦੇ ਨੇ। ਮਿਹਰ ਕਰਨ ਦੀ ਜਦੋਂ ਉਹਨਾਂ ਦੀ ਇੱਛਾ ਜਾਗਦੀ ਹੈ ਨਾ ਵੀ ਇਹਦਾ ਭਲਾ ਕਰਨਾ ਹੈ, ਇਹਨੂੰ ਕੋਈ ਦਾਤ ਦੇਣੀ ਹੈ, ਇਹਦੇ ਤੇ ਬਖਸ਼ਿਸ਼ ਕਰਨੀ ਹੈ, ਜਦੋਂ ਕਿਰਪਾਲੂ ਸੰਤ ਕਿਰਪਾ ਕਰਦਾ ਹੈ, ਭਇਓ ਅਨੁਗ੍ਰਹ, ਕਿਰਪਾਲੂ ਸੰਤ ਦੀ ਜਦੋਂ ਕਿਰਪਾਲਤਾ ਪ੍ਰਾਪਤ ਹੋ ਗਈ, ਹਰਨਾਮਾ ਹੈ ਮਿੱਠਾ, ਉਸ ਵੇਲੇ ਰੱਬ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ, ਚੰਗਾ ਲੱਗਣ ਲੱਗ ਪੈਂਦਾ, ਫਿਰ ਉਸ ਨਾਮ ਦਾ ਸਵਾਦ ਆਉਂਦਾ ਹੈ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਕੁਲ ਨਿਰੰਜਨ ਡੀਠਾ। ਨਾਨਕ ਦੇ ਪਾਤਸ਼ਾਹ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਵੱਡੇ ਭਰਾ ਨੂੰ ਬਾਬਾ ਮਹਾਂਦੇਵ ਜੀਆਂ ਨੂੰ ਉਪਦੇਸ਼ ਦਿੰਦੇ ਪਏ। ਕਹਿਣ ਲੱਗੇ, ਬਾਬਾ ਮਹਾਂਦੇਵ ਜੀ, ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਜਿਸ ਦਾਤ ਤੇ ਅੱਜ ਅਸੀਂ ਬੈਠੇ ਹਾਂ ਨਾ ਗੁਰਤਾ ਗੱਦੀ ਤੇ, ਇਹ ਦਾਤ ਸਾਡੇ ਉੱਪਰ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਧਾਰੀ, ਕਿਰਪਾ ਬਖਸ਼ਿਸ਼ ਕਰਕੇ ਸਾਨੂੰ ਇੱਥੇ ਬਿਠਾਇਆ। ਇਸ ਦਾਤ ਦੇ ਅਸੀਂ ਮਾਲਕ ਤਾਂ ਬਣੇ ਆ, ਗੁਰੂ ਦੇ ਦਾਸ ਬਣੇ ਆ, ਤੇ ਦਾਸ ਬਣ ਕਰਕੇ ਗੁਰੂ ਨੇ ਮਾਲਕ ਬਣਾ ਦਿੱਤਾ ਹੈ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਜਦੋਂ ਸਾਡੇ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ, ਜਿਹੜਾ ਕੁਲਾਂ ਤੋਂ ਰਹਿਤ ਹੈ, ਜਿਹਦੀ ਕੋਈ ਕੁੱਲ ਨਹੀਂ ਹੈ, ਪ੍ਰਮਾਤਮਾ ਦੀ ਕਿਸੇ ਜਨਮ ਵਿੱਚ ਨਹੀਂ ਆਇਆ, ਕਿਸੇ ਗੋਤ ਵਿੱਚ ਨਹੀਂ ਆਇਆ, ਉਹ ਜਿਹੜਾ ਕੁਲਾਂ ਤੋਂ ਰਹਿਤ ਹੈ, ਉਸ ਨਿਰਅੰਜਨ ਜਿਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ ਹੈ, ਐਸੇ ਪ੍ਰਮਾਤਮਾ ਦੇ ਦਿਦਾਰੇ ਅਸੀਂ ਤੇ ਕਰ ਲਏ ਨੇ। ਹੁਣ ਤੁਸੀਂ ਵੀ ਸ਼ਰਨ ਵਿੱਚ ਆਏ ਹੋ, ਸੰਗਤ ਦੀ ਸ਼ਰਨ ਵਿੱਚ ਆਏ ਹੋ, ਤੁਸੀਂ ਵੀ ਅੱਜ ਬੇਨਤੀ ਕੀਤੀ ਹੈ, ਅਸੀਂ ਤੁਹਾਨੂੰ ਵੀ ਇਹ ਵਰ ਬਖਸ਼ਿਸ਼ ਕਰਦੇ ਹਾਂ, ਤੁਹਾਨੂੰ ਵੀ ਉਸ ਨਿਰੰਜਨ ਪ੍ਰਮਾਤਮਾ ਦੇ ਦਰਸ਼ਨ ਪ੍ਰਾਪਤ ਹੋ ਜਾਣਗੇ, ਇਹ ਤੁਹਾਨੂੰ ਬਖਸ਼ਿਸ਼ਾਂ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਹੋਣਗੀਆਂ। ਸੋ ਇਸ ਤਰ੍ਹਾਂ ਬਾਬਾ ਮਹਾਂਦੇਵ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਵੱਡੇ ਭਰਾ ਨੇ ਬੇਨਤੀ ਕੀਤੀ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ। 2 ਪੌੜੀਆਂ ਵਿੱਚ ਬੇਨਤੀ ਕੀਤੀ ਹੈ, ਅਗਲੀਆਂ 2 ਪੌੜੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਕੇ ਨਾਲ ਹੀ ਮਿਹਰ ਦੀ ਨਜ਼ਰ ਦੇ ਨਾਲ ਤੱਕਿਆ, ਬਖਸ਼ਿਸ਼ ਕੀਤੀ, ਪਰਮਾਤਮਾ ਦੀ ਪ੍ਰਾਪਤੀ ਵਾਲਾ ਬਣਾਇਆ। ਇਸ ਤਰ੍ਹਾਂ ਇਹ ਸ਼ਬਦ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਉਚਾਰਿਆ ਸੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮਿੱਠਾ, ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਕੁਲ ਨਿਰੰਜਨ ਡੀਠਾ। ਵਾਹਿਗੁਰੂ ਜੀ ਕਾ